हाँ जी दोस्तों, प्यार भरी सत श्री अकाल कबूल करियो। वाहिगुरु जी का खालसा, श्री वाहिगुरु जी की फतेह। उम्मीद करते हैं कल तुसी दशहरे वाले दिन रावण जी दे पुतले फूक फूक के अपने अंदरले रावण मार लए होने आ। पर रावण ਨੂੰ ਜਾਲਣ ਤੋਂ ਪਹਿਲਾਂ, ਰਾਵਣ ਨੂੰ ਫੂਕਣ ਤੋਂ ਪਹਿਲਾਂ ਜਾਂ ਉਹਦੇ ਪੁਤਲੇ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਵਿਚਾਰ ਕਰਿਓ ਕਿ ਤੁਸੀਂ ਆਪਣੇ ਮਨ ਦੇ ਅੰਦਰ ਜਾਂ ਆਪਣੇ ਦਿਲਾਂ ਦੇ ਅੰਦਰ ਦੇ ਰਾਵਣ ਨੂੰ ਮਾਰ ਚੁੱਕੇ ਹੋ ਜਾਂ ਨਹੀਂ। ਰਾਵਣ ਨੇ ਕਿਸੇ ਦੀ ਧੀ ਭੈਣ ਨੂੰ ਬੇਪਤ ਨਹੀਂ ਕੀਤਾ। ਰਾਵਣ ਦੀ ਆਪਣੀ ਜਨਤਾ ਆਪਣੇ ਰਾਜ ਵਿੱਚ ਬੜੀ ਖੁਸ਼ਹਾਲ ਸੀ। ਰਾਵਣ ਦੇ ਘਰ ਇੱਕ ਪਰਾਈ ਇਸਤਰੀ ਵੀ ਸੇਫ ਸੀ। ਰਾਵਣ ਨੇ ਕਿਸੇ ਦੀ ਧੀ ਭੈਣ ਕੰਨੀ ਅੱਖ ਚੱਕ ਕੇ ਨਹੀਂ ਦੇਖਿਆ ਸੀ। ਰਾਵਣ ਆਪਣੇ ਰਾਜ ਪ੍ਰਤੀ ਸਮਰਪਿਤ ਸੀ। ਰਾਵਣ ਇੱਕ ਗਿਆਨੀ ਮਹਾਯੋਧਾ, ਇੱਕ ਮਹਾਬਲੀ ਸੀ। ਤੁਸੀਂ ਰਾਵਣ ਦੇ ਇਤਿਹਾਸ ਨੂੰ ਪੜ੍ਹ ਕੇ ਦੇਖਿਓ। ਅੱਜ ਸਾਡੇ ਘਰਾਂ ਦੇ ਵਿੱਚ ਕਿੰਨੇ ਰਾਵਣ ਬੈਠੇ ਨੇ, ਅੱਜ ਸਾਡੇ ਦੇਸ਼ ਦੇ ਵਿੱਚ ਕਿੰਨੇ ਰਾਵਣ ਬੈਠੇ ਨੇ, ਇਹ ਵੀ ਸੋਚ ਵਿਚਾਰੋ। ਰਾਵਣ ਹਰ ਸਾਲ ਤੁਸੀਂ ਫੂਕਦੇ ਹੋ, ਹਰ ਸਾਲ ਦੱਸਦਾ ਮੈਂ ਹਜੇ ਵੀ ਜਿਉਂਦਾ ਵਾਂ, ਕਿਉਂਕਿ ਉਸਦੇ ਕੰਮ ਜਿਉਂਦੇ ਨੇ। ਰਾਵਣ ਦੇ ਪੁਤਲੇ ਤੁਸੀਂ ਫੂਕ ਫੂਕ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਕੀ ਤੁਹਾਡੇ ਲੀਡਰ ਰਾਵਣ ਨਹੀਂ? ਕੀ ਸਾਡੇ ਦੇਸ਼ ਦੇ ਵਿੱਚ ਧੀਆਂ ਭੈਣਾਂ ਬੇਆਬਰੂ ਨਹੀਂ ਹੁੰਦੀਆਂ? ਹਰ ਰੋਜ਼ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਟੀਵੀ ਚੈਨਲਾਂ ਤੇ ਕਿੰਨੀਆਂ ਸਾਡੀਆਂ ਧੀਆਂ ਭੈਣਾਂ ਬੇਪਤ ਹੋ ਰਹੀਆਂ ਨੇ, ਕਿੰਨੇ ਕਤਲ ਹੋ ਰਹੇ ਨੇ। ਤੁਸੀਂ ਉਹਨਾਂ ਵਿੱਚ ਬਾਰੇ ਵਿਚਾਰ ਕਰਦੇ ਹੋ? ਕਿਉਂ ਅਸੀਂ ਬਾਰ-ਬਾਰ ਉਸ ਰਾਵਣ ਦੇ ਪੁਤਲੇ ਨੂੰ ਫੂਕਦੇ ਹਾਂ? ਕਿਉਂ ਨਹੀਂ ਅਸੀਂ ਆਪਣੇ ਚੰਦ ਲੀਡਰਾਂ ਦੇ ਪੁਤਲੇ ਫੂਕਦੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਅਸ ਇੱਦਾਂ ਦੀ ਘੜੀ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਅਸੀਂ ਆਪਣੇ ਆਪ ਉਹਨਾਂ ਦੇ ਕੀਤੇ ਕੰਮਾਂ ਨੂੰ ਭੁਗਤ ਰਹੇ ਹਾਂ। ਸਾਡੇ ਘਰਾਂ ਦੇ ਗੁਜ਼ਾਰੇ ਕਰਨੇ ਮੁਸ਼ਕਲ ਹੋ ਗਏ, ਸਾਨੂੰ ਬੱਚੇ ਪਾਲਣੇ ਮੁਸ਼ਕਲ ਹੋ ਗਏ, ਸਾਡੇ ਸਾਧਨਾਂ ਵਿੱਚ ਪੈਣ ਵਾਲਾ ਤੇਲ ਮਹਿੰਗਾ ਹੋਈ ਜਾਂਦਾ। ਕਿੱਥੋਂ ਤੱਕ ਤੁਹਾਨੂੰ ਜ਼ਿਕਰ ਕਰੀਏ? ਕਿਸ ਕਿਸ ਰਾਵਣ ਨੂੰ ਫੂਕੋਗੇ ਤੁਸੀਂ? ਆਪਣੇ ਅੰਦਰਲੀ ਸੋਚ ਨੂੰ ਉਜਾਗਰ ਕਰੋ। ਆਪਣੇ ਦਿਲਾਂ ਦੇ ਵਿੱਚ ਬੈਠੇ ਉਹ ਚੀਜ਼ਾਂ ਨੂੰ ਬਾਹਰ ਕੱਢੋ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਆਪਣੇ ਇਤਿਹਾਸ ਤੋਂ ਮੁਨਕਰ ਹੋ ਚੁੱਕੇ ਹੋ ਤੁਸੀਂ। ਪਿਆਰੇ ਵੀਰੋ, ਇਹੀ ਅਰਦਾਸ ਕਰਦੇ ਆ, ਇਹੀ ਫਰਿਆਦ ਕਰਦੇ ਆ ਕਿ ਬਾਬਾ ਨਾਨਕ, ਸੰਤ ਮਹਾਂਪੁਰਸ਼ ਮੇਰੇ ਪੰਜਾਬ ਨੂੰ ਹੱਸਦਾ ਬਸਦਾ ਤੇ ਖੁਸ਼ਹਾਲ ਰੱਖਣ। ਪਰ ਸੋਚ ਵਿਚਾਰ ਕਰਿਆ ਕਰੋ, ਜਿਸ ਚੀਜ਼ ਦੇ ਤੁਸੀਂ ਲਾਈ ਲੱਗ ਬਣੇ ਹੋ ਉਸ ਦਾ ਅਰਥ ਕੀ ਹੈ। ਪੜ੍ਹ ਕੇ ਦੇਖੋ ਲੰਕਾ ਵਿੱਚ ਜਾ ਕੇ ਇਤਿਹਾਸ ਰਾਵਣ ਕੀ ਸੀ। ਲੰਕਾ ਵਿੱਚ ਉਹ ਲੋਕ ਰਾਵਣ ਦੀ ਪੂਜਾ ਕਰਦੇ ਨੇ। ਤੁਸੀਂ ਆਪਣੇ ਦਿਲਾਂ ਦੇ ਅੰਦਰ ਬੈਠੇ ਰਾਵਣਾਂ ਨੂੰ ਮਾਰੋ। ਜਿਹੜੇ ਲੀਡਰ ਨੇ ਉਹਨਾਂ ਦੇ ਪੁਤਲੇ ਫੂਕੋ ਜਿਨ੍ਹਾਂ ਨੇ ਸਾਡੇ ਦੇਸ਼ ਦੀ ਘੜੀ ਨੂੰ ਅੱਜ ਇਸ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਸਾਡੀ ਜ਼ਿੰਦਗੀ ਮਦਹਾਲੀ ਹੋ ਗਈ ਹੈ। ਅਸੀਂ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਇਸ ਦੇ ਕੰਮ ਕੋਈ ਨਹੀਂ। ਬੇਰੁਜ਼ਗਾਰ ਨੌਜਵਾਨੀ ਬੇਰੁਜ਼ਗਾਰੀ ਰੁਲਦੀ ਫਿਰਦੀ ਆ। ਕਿਤੇ ਆਤਮ ਹੱਤਿਆ ਹੋ ਰਹੀਆਂ ਨੇ, ਕਿਤੇ ਫਾਹੇ ਲੈ ਜਾਂਦੇ ਨੇ। 1000 ਤੋਂ ਵੱਧ ਸਾਡੇ ਕਿਸਾਨ ਵੀਰ ਦੇਸ਼ ਦੀਆਂ ਸਰਹੱਦਾਂ ਤੇ ਸ਼ਹੀਦ ਹੋ ਗਏ, ਅੱਜ ਤੱਕ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਸੋ ਪਿਆਰੇ ਵੀਰੋ, ਇੰਨੀ ਕੁ ਬੇਨਤੀ ਜ਼ਰੂਰ ਕਰਿਓ ਕਿ ਅਗਰ ਕਿਸੇ ਚੀਜ਼ ਦੇ ਪਿੱਛੇ ਲੱਗਦੇ ਹੋ ਤਾਂ ਉਸ ਦਾ ਇਤਿਹਾਸ ਜ਼ਰੂਰ ਪੜ੍ਹੋ ਕਿ ਉਹ ਕੌਣ ਸੀ ਤੇ ਉਸ ਨੂੰ ਕਿਉਂ ਜਲਾਇਆ ਜਾਂਦਾ। ਰਾਵਣ ਇੱਕ ਮਹਾਬਲੀ ਯੋਧਾ ਸੀ। ਉਸ ਦਾ ਇਤਿਹਾਸ ਪੜ੍ਹ ਕੇ ਦੇਖੋ ਕਿ ਉਹ ਇਤਿਹਾਸ ਦੇ ਪੰਨੇ ਕੀ ਕਹਿੰਦੇ ਨੇ। ਸੋ ਆਓ ਅਸੀਂ ਹੁਣ ਤੱਕ ਜਿੰਨਾ ਕੁ ਵੀ ਭਾਰਤ ਦਾ ਸੰਵਿਧਾਨ ਪੜ੍ਹਿਆ, ਉਮੀਦ ਕਰਦੇ ਹਾਂ ਉਸ ਤੋਂ ਤੁਹਾਨੂੰ ਸੰਤੁਸ਼ਟੀ ਮਿਲ ਗਈ ਹੋਣੀ ਆ। ਸੋ ਭਾਰਤ ਦੇ ਸੰਵਿਧਾਨ ਪ੍ਰਤੀ, ਭਾਰਤ ਦੇ ਅਧਿਕਾਰਾਂ ਪ੍ਰਤੀ, ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਮੈਂ ਤੁਹਾਨੂੰ ਸਮਰਪਿਤ ਹਾਂ ਤੇ ਭਾਰਤ ਦਾ ਸੰਵਿਧਾਨ ਵੀ ਤੁਹਾਨੂੰ ਸਮਰਪਿਤ ਆ। ਸੋ ਉਮੀਦ ਕਰਦੇ ਹਾਂ ਮੇਰੀ ਵੀਡੀਓ ਨੂੰ, ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ, ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਤੁਹਾਨੂੰ ਮੁੱਢਲੀਆਂ ਜਾਣਕਾਰੀਆਂ ਸੰਵਿਧਾਨ ਦੇ ਅੰਦਰ ਜੋ ਲਿਖਿਆ ਉਹ ਦੇ ਸਕਾਂ। ਪਿਆਰੇ ਵੀਰੋ, ਮੇਰਾ ਦੇਸ਼ ਜੋ ਤੁਸੀਂ ਕਹਿੰਦੇ ਹੋ ਮੇਰਾ ਦੇਸ਼, ਦੇਖੋ ਤੁਹਾਡੇ ਦੇਸ਼ ਵਿੱਚ ਕੀ ਹੋ ਰਿਹਾ। ਤੁਹਾਡੇ ਬੱਚਿਆਂ ਦਾ ਅੱਜ ਜੀਵਨ ਸਤਰ ਕਿੱਦਾਂ ਦਾ ਹੋ ਰਿਹਾ, ਤੁਹਾਡੇ ਬੱਚੇ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਇਹਨਾਂ ਤੇ ਵੀ ਝਾਤੀ ਮਾਰੋ। ਭੁੱਖਮਰੀ, ਗਰੀਬੀ ਸਾਡੇ ਲੋਕਾਂ ਦੇ ਪੱਲੇ ਕਿਉਂ ਆਈ ਆ? ਇਹਨਾਂ ਲੀਡਰਾਂ ਦੇ ਪੱਲੇ ਕਿਉਂ ਨਹੀਂ ਇਹ ਚੀਜ਼ਾਂ? ਕਿਉਂਕਿ ਤੁਸੀਂ ਭਾਰਤ ਦੇ ਸੰਵਿਧਾਨ ਤੋਂ ਮੁਨਕਰ ਹੋ ਗਏ ਹੋ। ਇਸ ਭਾਰਤ ਦੇ ਸੰਵਿਧਾਨ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਚੁੱਕੇ ਹੋ।
इस भारत के संविधान नूं भुल चुके हो कि तुहाडे इस संविधान दे विच जो मौलिक अधिकार बाबा साहेब भीमराव अंबेदकर जी ने लैके दिते सी, उन्हां तो तुसीं इनकार कर रहे हो। अगर ये संविधान तुसीं पढ़िया हुंदा, अपने बच्चों नूं पढ़ाया हुंदा, तां तुहानूं अज इस तरह की जिंदगी जिउण दी ये दिन ना देखने पैंदे जिस तरह की जिंदगी तुसीं अज जिउ रहे हो। दोस्तों, सो जो हालात चल रहे हैं उन्हां तुसीं सब जाणू हो। यही उम्मीद करते हैं तुसीं संविधान प्रति, अपने बच्चों प्रति ते अपने भविख प्रति सचेत रहो कि तुहाडी जीवन विच की हो रहा। आओ इस भारत के संविधान का 11वां भाग, मेरी 11वीं वीडियो आ। एक बेनती है, मेरे चैनल नूं वध तों वध सबसक्राइब ते लाइक शेयर कर दिया करो ताकि तुहानूं होर जानकारियां दिंदा रहां। सो तुहाडा बच्चा अगर कोई गल कर दे जां किसी चीज़ प्रति जां इतिहास प्रति कोई गल्लां तो मुनकर हो गया होवां जां कुछ अर्थ गलत बोल गया होवां तां माफ़ी दा जाचकां तुहाडा बच्चा वां। पर इतिहास नूं पढ़न की कोशिश करिया करो कि तुहाडे इतिहास तुहाडे ग्रंथां साहिबां विच की लिखिया, जिस पिछे तुसीं लगदे हो उसका इतिहास जरूर पढ़िया करो। आओ अज भारत का संविधान का अगला भाग पढ़ते हैं जी। सानू भारत का संविधान की कहता ते इस प्रति साडे की प्रतिक्रिया हुंदियां ने, ये भी अज असीं पढ़ांगे। अज असीं पढ़ना जी आर्टिकल नंबर 118। इस संविधान के नियम दे अधीन रहंदे होए संसद का हरेक सदन प्रक्रिया अते कार्य संचालन का नियम बनाएगा। 118 नंबर कहता जी आर्टिकल, इस संविधान के नियम जिन्ने भी हुंदे ने संसद के हरेक सदन विच एक प्रक्रिया राही संचालन का नियम बनाया जाता वा। राष्ट्रपति राज सभा दे अते लोकां दे स्पीकर दा सलाह करन मगरों दोहां सदनां दीयां सांझीआं बैठकां संबंधित नियम बनाएगा। राष्ट्रपति राज सभा ते लोक सभा दे स्पीकर ना सलाह मशवरा करन मगरों दोहां सदनां विच एक सांझीआं बैठकां नियम करेगा, जो उन्हां विच नियम बनाएगा, काम करन दे ढंग बनाएगा कि किस तरह काम करिया जा सकदा। आर्टिकल 119 नंबर कहता जी संसद के वित्तीय कार्य प्रक्रिया का कानून द्वारा पालन कराया जाए। संसद दे विच जिन्ने भी कार्य हुंदे ने वित्त संबंधी जां कानून संबंधी उन्हां प्रति एक कानून बनाया जाता ते उन्हां दी पालन करवाया जाता। आर्टिकल 120 नंबर कहता जी संसद विच वरती जाण वाली भाषा, संसद दे विच जो सदन बहिंदे ने वो किद्दां दी भाषा जां किद्दां दी बोली बोलदे ने उन्हां बारे तुहानूं दस्सिया गया जी। संसद दा कामकाज हिंदी विच जां अंग्रेजी विच कीता जा सकदा। संसद दे विच जो बोलण दी समर्था वो तुसीं हिंदी जां इंग्लिश विच बोल सकदे हो जी। जे कोई मैंबर उपरोक्त दोहां भाषावां विचों एक दी वरतों नहीं कर सकदा तां राज सभा दा चेयरमैन जां कोई होर मैंबर उपरोक्त दोहां भाषावां विचों किसी एक दी वरतों नहीं कर सकदा तां चेयरमैन लोक सभा दे स्पीकर दी आग्या नाल अपनी मातृ भाषा विच सदन अंदर विचार रख सकदा। अगर किसी बंदे नूं सदन विच लोक सभा विच राज सभा विच पंजाबी जां इंग्लिश नहीं आउंदी जां उहनूं अपनी मातृ भाषा आउंदी आ, मीनज पंजाबी आउंदी आ जां हिंदी आउंदी आ जां इंग्लिश आउंदा, पर संसद विच तुसीं हिंदी जां इंग्लिश बोल सकदे हो, उधर वो बंदा पंजाबी बोल सकदा, हिंदी नहीं जानदा जां इंग्लिश नहीं जानदा तां उसनूं चेयरमैन राहीं ये चेयरमैन उहदा जी डिस्कस करदा कि लोक सभा का चेयरमैन राज सभा का चेयरमैन डिस्कस करदा कि वह अपनी मातृ भाषा विच संसद विच सदन विच अपने विचार रख सकदा वा। अगे पढ़दे हां जी 121 नंबर आर्टिकल, सुप्रीम कोर्ट जां हाई कोर्ट के किसी जज के अपने करतबां के निवार विच कीते गए आचरण के विषय ते संसद विच कोई चर्चा राष्ट्रपति के प्रस्ताव ते हो सकती है। अगर सुप्रीम कोर्ट जां हाई कोर्ट के जज करतबां जां निर्वार विच कीते गए आचरण के विषय जां कोई काम जां संसद विच कोई चर्चा करते हैं तां वो राष्ट्रपति के प्रस्ताव ते हो सकती है। वो अपने सुप्रीम कोर्ट के जां हाई कोर्ट के जज ने वो अपने कामकाज संबंधी अपने निर्वार संबंधी संसद दे विच राष्ट्रपति के प्रस्ताव राही अपने पक्ष रख सकते हैं। सो अगे पढ़ते हैं जी संसद का आर्टिकल 122 नंबर जी,
ਸੰਸਦ ਦਾ ਕੋਈ ਅਧਿਕਾਰੀ ਨਿਆਂਪਾਲਿਕਾ ਆਮ ਕਰਕੇ ਸੰਸਦ ਦੀ ਕਾਰਵਾਈ ਦੀ ਜਾਂਚ ਨਹੀਂ ਕਰ ਸਕਦੀ। ਜੋ ਸਾਡੀ ਨਿਆਂਪਾਲਿਕਾ ਉਹ ਆਮ ਕਰਕੇ ਸੰਸਦ ਦੀ ਕਾਰਵਾਈ ਦੀ ਜਾਂਚ ਨਹੀਂ ਕਰ ਸਕਦੀ। ਸੰਸਦ ਦਾ ਕੋਈ ਅਧਿਕਾਰੀ ਜਾਂ ਮੈਂਬਰ ਜਿਸ ਵਿੱਚ ਸੰਵਿਧਾਨ ਦੁਆਰਾ ਅਧੀਨ ਸੰਸਦ ਵਿੱਚ ਪ੍ਰਕਿਰਿਆ ਜਾਂ ਕਾਰਜ ਸੰਚਾਲਨ ਦੀ ਵਿਵਸਥਾ ਬਣਾਈ ਰੱਖਣ ਦੀਆਂ ਸ਼ਕਤੀਆਂ ਨਿਹਿਤ ਹਨ, ਉਹਨਾਂ ਸ਼ਕਤੀਆਂ ਨੂੰ ਆਪਣੇ ਦੁਆਰਾ ਵਰਤੋਂ ਦੇ ਵਿਸ਼ੇ ਵਿੱਚ ਕਿਸੇ ਨਿਆਂਪਾਲਿਕਾ ਦੇ ਖੇਤਰ ਦੇ ਅਧੀਨ ਨਹੀਂ ਹੋਵੇਗਾ। ਜੋ ਸਾਡੀ ਨਿਆਂਪਾਲਿਕਾ ਜੀ ਉਹ ਸੰਸਦ ਦੀ ਕਾਰਵਾਈ ਦੀ ਜਾਂਚ ਨਹੀਂ ਕਰ ਸਕਦੀ। ਸੰਸਦ ਵਿੱਚ ਅਧਿਕਾਰੀ ਜਾਂ ਮੈਂਬਰ ਵਿੱਚ ਸੰਵਿਧਾਨ ਦੁਆਰਾ ਜੋ ਕਾਨੂੰਨ ਬਣਾਏ ਗਏ ਨੇ ਉਹਨਾਂ ਦੇ ਅਧੀਨ ਉਹੀ ਪ੍ਰਕਿਰਿਆ ਰਾਹੀਂ ਉਹ ਆਪਣੇ ਕੰਮ ਕਾਰਜ ਕਰਨ ਦੀ ਵਿਵਸਥਾ ਬਣਾਈ ਰੱਖਦਾ ਵਾ, ਤੇ ਉਹ ਪਰ ਹੋਰ ਵਾਧੂ ਸ਼ਕਤੀਆਂ ਵਰਤਣ ਤੋਂ ਨਹਿਤ ਹੁੰਦਾ। ਮੀਨਜ਼ ਕਿ ਉਹਨਾਂ ਨੂੰ ਉਨੀਆਂ ਕੁ ਹੀ ਸ਼ਕਤੀਆਂ ਵਰਤਣੀਆਂ ਪੈਂਦੀਆਂ ਨੇ ਜਿੰਨੀਆਂ ਸੰਵਿਧਾਨ ਦੇ ਅਧੀਨ ਨੇ। ਅੱਗੇ ਪੜ੍ਹਦੇ ਹਾਂ ਜੀ ਅਧਿਆਏ 3 ਰਾਸ਼ਟਰਪਤੀ ਦੀਆਂ ਕਾਨੂੰਨ ਸ਼ਕਤੀਆਂ। ਜੋ ਸਾਡਾ ਭਾਰਤ ਦਾ ਰਾਸ਼ਟਰਪਤੀ ਆ ਜੀ ਉਹਦੀਆਂ ਕਾਨੂੰਨ ਸ਼ਕਤੀਆਂ ਕੀ ਨੇ ਉਹ ਤੁਸੀਂ ਇਸ ਸੰਵਿਧਾਨ ਦੇ ਵਿੱਚ ਆਰਟੀਕਲ ਨੰਬਰ 123 ਦੇ ਵਿੱਚ ਪੜ੍ਹ ਸਕਦੇ ਹੋ। ਜੇ ਰਾਸ਼ਟਰਪਤੀ ਕਿਸੇ ਸਮੇਂ ਇਹ ਜ਼ਰੂਰੀ ਸਮਝੇ ਕਿ ਤੁਰੰਤ ਕਾਰਵਾਈ ਕਰਨਾ ਪ੍ਰਸਥਿਤੀਆਂ ਦੀ ਮੰਗ ਅਤੇ ਦੋਹਾਂ ਸਦਨਾਂ ਸੱਤਰ ਵਿੱਚ ਨਹੀਂ ਹਨ ਤਾਂ ਉਹ ਆਰਡੀਨੈਂਸ ਜਾਰੀ ਕਰ ਸਕਦਾ ਹੈ ਜਾਂ ਬਾਅਦ ਵਿੱਚ ਦੋਹਾਂ ਸਦਨਾਂ ਵਿੱਚ ਰੱਖਿਆ ਜਾਵੇਗਾ। ਅਗਰ ਜੇ ਰਾਸ਼ਟਰਪਤੀ ਕਿਸੇ ਸਮੇਂ ਜ਼ਰੂਰੀ ਸਮਝੇ ਕਿ ਇਹ ਪ੍ਰਸਥਿਤੀਆਂ ਦੀ ਮੰਗ ਆ ਜਾਂ ਲੋਕਾਂ ਦੀ ਮੰਗ ਆ ਜਾਂ ਰਾਜ ਸਭਾ ਜਾਂ ਲੋਕ ਸਭਾ ਦੀ ਮੰਗ ਆ ਤਾਂ ਦੋਹਾਂ ਸਦਨਾਂ ਵਿੱਚ ਅਗਰ ਲੋਕ ਸਭਾ ਜਾਂ ਸੰਸਦ ਦੋਹਾਂ ਸਦਨਾਂ ਵਿੱਚ ਨਹੀਂ ਹੁੰਦਾ ਤਾਂ ਕੋਈ ਵੀ ਆਰਡੀਨੈਂਸ ਜਾਰੀ ਕਰ ਸਕਦਾ, ਉਹਨੂੰ ਰੱਦ ਕਰ ਸਕਦਾ ਜਾਂ ਦੋਹਾਂ ਸਦਨਾਂ ਵਿੱਚ ਆਪਣੇ ਵਿਚਾਰ ਰੱਖ ਸਕਦੇ ਨੇ ਕਿ ਆਰਡੀਨੈਂਸ ਚੰਗੇ ਨੇ ਜਾਂ ਮਾੜੇ ਨੇ। ਇਹ ਰਾਸ਼ਟਰਪਤੀ ਤੈਅ ਕਰ ਸਕਦਾ ਜੀ। ਅੱਗੇ ਅਸੀਂ ਪੜ੍ਹਦੇ ਹਾਂ ਜੀ ਅਧਿਆਏ 4 ਸੰਘ ਦੀ ਨਿਆਂਪਾਲਿਕਾ। ਜੋ ਸਾਡਾ ਸੰਘ ਆ ਜੀ ਉਹਦੀ ਨਿਆਂਪਾਲਿਕਾ ਕੀ ਹੁੰਦੀ ਆ? ਸੁਪਰੀਮ ਕੋਰਟ ਦੀ ਸਥਾਪਨਾ ਤੇ ਗਠਨ। ਆਰਟੀਕਲ ਨੰਬਰ 124 ਵਿੱਚ ਲਿਖਿਆ ਜੀ ਭਾਰਤ ਦੀ ਇੱਕ ਸੁਪਰੀਮ ਕੋਰਟ ਹੋਵੇਗੀ। ਜੋ ਸਾਡਾ ਭਾਰਤ ਆ ਉਹਦੇ ਵਿੱਚ ਇੱਕ ਸੁਪਰੀਮ ਕੋਰਟ ਇੱਕ ਹੀ ਹੋਵੇਗੀ ਅਤੇ ਭਾਰਤ ਦੇ ਚੀਫ ਜਸਟਿਸ ਦੇ 7 ਜੱਜਾਂ ਦੀ ਹੋਵੇਗੀ। ਇਹਦੇ ਵਿੱਚ ਜੀ ਜੋ ਭਾਰਤ ਦੇ ਚੀਫ ਜਸਟਿਸ ਹੁੰਦੇ ਨੇ ਉਹ 7 ਜੱਜ ਹੁੰਦੇ ਨੇ ਜੀ। ਉਹ 7 ਜੱਜਾਂ ਰਾਹੀਂ ਇਹਨਾਂ ਦੀ ਕਾਰਵਾਈ ਹੁੰਦੀ ਹੈ। ਜਦ ਤੱਕ ਸੰਸਦ ਵਿੱਚ ਵਾਧਾ ਨਹੀਂ ਕਰਦੀ, ਪਰ ਹੁਣ ਇਹ ਸੰਖਿਆ 30 ਹੈ। ਮੀਨਜ਼ ਅਗਰ ਸੰਸਦ ਵਾਧਾ ਨਹੀਂ ਕਰਦੀ ਤਾਂ ਇਹ ਜੱਜਾਂ ਦੀ ਗਿਣਤੀ 7 ਹੀ ਸੀ, ਪਰ ਇਸ ਟਾਈਮ ਹੁਣ ਇਹਨਾਂ ਜੱਜਾਂ ਦੀ ਗਿਣਤੀ ਭਾਰਤ ਦੇ ਚੀਫ ਜਸਟਿਸ ਦੇ ਜੋ ਜੱਜ ਨੇ ਜੀ ਇਹਨਾਂ ਦੀ ਗਿਣਤੀ ਆ ਜੀ 30, ਕਿਉਂਕਿ ਭਾਰਤ ਦੀ ਆਬਾਦੀ ਜਨਸੰਖਿਆ ਵਧਣ ਦੇ ਨਾਲ 7 ਜੱਜਾਂ ਨੂੰ ਕੰਮ ਕਾਰਜ ਪ੍ਰਣਾਲੀ ਥੋੜ੍ਹੀ ਜਿਹੀ ਕਰਨੀ ਔਖੀ ਹੋ ਜਾਂਦੀ ਆ। ਇਸ ਲਈ ਹੁਣ ਇਸ ਸੰਵਿਧਾਨ ਦੇ ਆਧਾਰ ਤੇ 30 ਚੀਫ ਜਸਟਿਸ ਬਣਾਏ ਜਾਂਦੇ ਨੇ। ਮੀਨਜ਼ 30 ਜੱਜਾਂ ਦੀ ਨਿਯੁਕਤੀ ਸੁਪਰੀਮ ਕੋਰਟ ਵਿੱਚ ਕੀਤੀ ਗਈ ਹੈ। ਅੱਗੇ ਪੜ੍ਹਦੇ ਜੀ ਸੁਪਰੀਮ ਕੋਰਟ ਅਤੇ ਰਾਜਾਂ ਦੀਆਂ ਹਾਈ ਕੋਰਟ ਅਜਿਹੇ ਜੱਜਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਿਨ੍ਹਾਂ ਦਾ ਰਾਸ਼ਟਰਪਤੀ ਇਸ ਉਦੇਸ਼ ਤਹਿਤ ਸਲਾਹ ਕਰਨਾ ਜ਼ਰੂਰੀ ਸਮਝੇ। ਅਗਰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਅਜਿਹੇ ਜੱਜਾਂ ਨਾਲ ਸਲਾਹ ਮਸ਼ਵਰਾ ਕਰਨਾ ਰਾਸ਼ਟਰਪਤੀ ਉਦੇਸ਼ ਤਹਿਤ ਸਲਾਹ ਜਾਂ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਹਰੇਕ ਜੱਜ ਨੂੰ ਨਿਯੁਕਤ ਕਰੇਗਾ। ਤਾਂ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਹਰੇਕ ਜੱਜ ਨੂੰ ਨਿਯੁਕਤ ਕਰਦਾ ਜੀ। ਉਹ ਜੱਜ ਦੀ ਉਮਰ 65 ਸਾਲ, ਉਹ ਮੀਨ ਜੋ ਜੱਜ ਆ ਜਿਹੜਾ ਸੁਪਰੀਮ ਕੋਰਟ ਦਾ ਤੈਅ ਕਰਿਆ ਜਾਂਦਾ ਉਹ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਬੈਠ ਸਕਦਾ ਜੀ। 65 ਸਾਲ ਦੀ ਉਮਰ ਤੱਕ ਉਹਦੀ ਮਿਆਦ ਆ ਜੀ। ਉਹ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਬਹਿ ਸਕਦਾ ਤੇ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰ ਸਕਦਾ। ਪਰ ਚੀਫ ਜਸਟਿਸ ਤੋਂ ਅਲੱਗ ਕਿਸੇ ਜੱਜ ਦੀ ਨਿਯੁਕਤੀ ਲਈ ਭਾਰਤ ਦੇ ਚੀਫ ਜਸਟਿਸ ਨਾਲ ਹਮੇਸ਼ਾ ਸਲਾਹ ਕੀਤੀ ਜਾਵੇਗੀ। ਪਰ ਜੇ ਚੀਫ ਜਸਟਿਸ ਤੋਂ ਅਲੱਗ ਕਿਸੇ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਆ, ਜੋ ਸਾਡਾ ਚੀਫ ਜਸਟਿਸ ਹੁੰਦਾ ਹਾਈ ਕੋਰਟ ਦਾ, ਅਗਰ ਉਸ ਤੋਂ ਇਲਾਵਾ ਕਿਸੇ ਹੋਰ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਆ ਤਾਂ ਉਹਨੂੰ ਭਾਰਤ ਦੇ ਚੀਫ ਜਸਟਿਸ ਨਾਲ ਹਮੇਸ਼ਾ ਸਲਾਹ ਕੀਤੀ ਜਾਵੇਗੀ ਕਿ ਜੋ ਇਹ ਕਾਨੂੰਨ ਨੇ ਜਾਂ ਵਿਚਾਰਾਂ ਨੇ, ਇਹ ਮਸ਼ਵਰੇ ਨੇ, ਇਹ ਠੀਕ ਨੇ ਜਾਂ ਸਹੀ ਨੇ ਜਾਂ ਗਲਤ ਨੇ। ਇਹ ਉਹ ਚੀਫ ਜਸਟਿਸ ਨਾਲ ਸਲਾਹ ਕਰਦਾ। ਕੋਈ ਵੀ ਵਿਅਕਤੀ ਸੁਪਰੀਮ ਕੋਰਟ ਦਾ ਜੱਜ ਹੋਣ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਅਗਰ ਤੁਸੀਂ ਸੁਪਰੀਮ ਕੋਰਟ ਦਾ ਜੱਜ ਬਣਨਾ ਚਾਹੁੰਦੇ ਹੋ ਤਾਂ ਉਸ ਲਈ ਚੀਫ ਜਸਟਿਸ ਦੇ ਆਧਾਰ ਤੇ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਉਮਰ ਉਹ ਘੱਟੋ ਘੱਟ 5 ਸਾਲ ਤੱਕ ਹਾਈ ਕੋਰਟ ਦਾ ਜੱਜ ਰਹਿ ਸਕਦਾ ਜੀ। ਘੱਟੋ ਘੱਟ 5 ਸਾਲ ਤੱਕ ਹਾਈ ਕੋਰਟ ਦਾ
ਜੱਜ ਰਹਿ ਸਕਦਾ ਵਾ। ਜਾਂ ਰਾਸ਼ਟਰਪਤੀ ਦੀ ਰਾਏ ਵਿੱਚ ਮਾਹਰ ਕਾਨੂੰਨਦਾਰ ਹੋਵੇ, ਜਾਂ ਰਾਸ਼ਟਰਪਤੀ ਦੀ ਰਾਏ ਨਾਲ ਇੱਕ ਮਾਹਰ ਕਾਨੂੰਨ ਬਣਾਇਆ ਜਾਂਦਾ ਜਿਸ ਰਾਹੀਂ ਇਹਨਾਂ ਦੀਆਂ ਨਿਯੁਕਤੀਆਂ ਹੁੰਦੀਆਂ ਨੇ। ਸੁਪਰੀਮ ਕੋਰਟ ਦੇ ਕਿਸੇ ਜੱਜ ਨੂੰ ਉਸਦੇ ਪਦ ਤੋਂ ਤਦ ਤੱਕ ਹਟਾਇਆ ਨਹੀਂ ਜਾਂਦਾ ਜਦ ਤੱਕ ਸੰਸਦ ਦਾ ਹਰੇਕ ਸਦਨ ਆਪਣੇ ਬਹੁਮਤ ਦੁਆਰਾ ਵੋਟ ਦੇਣ ਵਾਲੇ ਘੱਟੋ ਘੱਟ 2/3 ਮੈਂਬਰ ਰਾਸ਼ਟਰਪਤੀ ਨੂੰ ਪ੍ਰਸਤਾਵ ਨਾ ਦੇਣ। ਸੁਪਰੀਮ ਕੋਰਟ ਦਾ ਜੱਜ ਉਨਾ ਚਿਰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਜਿੰਨਾ ਚਿਰ ਸੰਸਦ ਦੇ ਦੋਨੋਂ ਸਦਨ ਵੋਟਾਂ ਦੁਆਰਾ ਘੱਟੋ ਘੱਟ 2/3 ਮੈਂਬਰਾਂ ਦੇ ਬਹੁਮਤ ਦੁਆਰਾ ਰਾਸ਼ਟਰਪਤੀ ਨੂੰ ਪ੍ਰਸਤਾਵ ਨਾ ਦੇਣ। ਉਹਨਾਂ ਟਾਈਮ ਭਾਰਤ ਦਾ ਜੋ ਸੁਪਰੀਮ ਕੋਰਟ ਦਾ ਜੱਜ ਆ ਉਸ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ। ਉਹਨਾਂ ਟਾਈਮ ਉਹ ਆਪਣੇ ਅਹੁਦੇ ਤੇ ਕਾਬਜ਼ ਰਹਿ ਸਕਦਾ ਵਾ। ਸੁਪਰੀਮ ਕੋਰਟ ਦਾ ਜੱਜ ਨਿਯੁਕਤ ਹੋਣ ਲਈ ਹਰੇਕ ਵਿਅਕਤੀ ਆਪਣਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਜਾਂ ਇਸ ਉਦੇਸ਼ ਲਈ ਨਿਯੁਕਤੀ ਵਿਅਕਤੀ ਸਾਹਮਣੇ ਸਹੁੰ ਚੁੱਕੇਗਾ। ਜਦੋਂ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਜਾਂਦਾ ਉਹ ਆਪਣੇ ਅਹੁਦੇ ਤੇ ਬਹਿੰਦਾ ਤਾਂ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਜਾਂ ਉਸ ਲਈ ਜਾਂ ਰਾਸ਼ਟਰਪਤੀ ਦੁਆਰਾ ਜੋ ਉਸ ਉਦੇਸ਼ ਲਈ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਉਸ ਸਾਹਮਣੇ ਉਹ ਸਹੁੰ ਖਾਂਦਾ ਕਿ ਮੈਂ ਭਾਰਤ ਦੇ ਕਾਨੂੰਨ ਪ੍ਰਤੀ ਜਾਂ ਲੋਕਾਂ ਪ੍ਰਤੀ ਸਮਰਪਿਤ ਰਹੂੰਗਾ ਜਾਂ ਨਿਆਂਪਾਲਿਕਾ ਸੰਬੰਧੀ ਆਪਣਾ ਕਾਰਜ ਸਹੀ ਤੇ ਸੁਚੱਜੇ ਢੰਗ ਨਾਲ ਕਰੂੰਗਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 125 ਜੱਜਾਂ ਦਾ ਵੇਤਨ। ਜੋ ਸਾਡੇ ਸੁਪਰੀਮ ਕੋਰਟ ਦੇ ਜੱਜ ਨੇ ਜੀ ਜਾਂ ਉਹਨਾਂ ਦਾ ਵੇਤਨ ਕੀ ਆ ਉਹ ਆਰਟੀਕਲ 125 ਨੰਬਰ ਵਿੱਚ ਤੁਸੀਂ ਆਪ ਵੀ ਪੜ੍ਹ ਸਕਦੇ ਹੋ। ਸੁਪਰੀਮ ਕੋਰਟ ਦੇ ਜੱਜਾਂ ਦੇ ਵੇਤਨ ਭੱਤੇ ਆਦਿ ਸੰਸਦ ਤੈਅ ਕਰਦੀ ਆ। ਜੋ ਸੁਪਰੀਮ ਕੋਰਟ ਦੇ ਜੱਜ ਨੇ ਜੀ ਉਹਨਾਂ ਦੀਆਂ ਤਨਖਾਹਾਂ ਜਾਂ ਉਹਨਾਂ ਨੂੰ ਜੋ ਭੱਤੇ ਮਿਲਦੇ ਨੇ ਉਹ ਸੰਸਦ ਤੈਅ ਕਰਦੀ ਆ। ਇਸੇ ਤਰ੍ਹਾਂ ਛੁੱਟੀ ਪੈਨਸ਼ਨ ਜਾਂ ਹੋਰ ਅਧਿਕਾਰ ਸੰਸਦ ਦੀ ਮਨਜ਼ੂਰੀ ਨਾਲ ਤੈਅ ਕੀਤਾ ਜਾਂਦਾ। ਇਸੇ ਤਰ੍ਹਾਂ ਜੇ ਕਿਸੇ ਜੱਜ ਨੇ ਛੁੱਟੀ ਤੇ ਜਾਣਾ ਜਾਂ ਪੈਨਸ਼ਨ ਲੈਣੀ ਆ, ਪੈਨਸ਼ਨ ਤੇ ਜਾਣਾ, ਤਾਂ ਉਹਦੀ ਵੀ ਜੋ ਅਧਿਕਾਰ ਹੁੰਦਾ ਉਹ ਸੰਸਦ ਨੂੰ ਹੁੰਦਾ ਜੀ। ਉਹ ਇਹਦੀ ਮਨਜ਼ੂਰੀ ਤੈਅ ਕਰਦੇ ਨੇ ਵੀ ਇਹਨੂੰ ਰਿਟਾਇਰ ਕਰਨਾ ਚਾਹੀਦਾ ਜਾਂ ਨਹੀਂ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 126। ਕਾਰਜਕਾਲੀ ਚੀਫ ਜਸਟਿਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਜਾਵੇਗੀ ਜੇ ਚੀਫ ਜਸਟਿਸ ਕਿਸੇ ਕਾਰਨ ਕਰਕੇ ਆਪਣੇ ਫਰਜ਼ ਪਾਲਣ ਤੋਂ ਅਸਮਰਥ ਜਾਂ ਗੈਰ ਹਾਜ਼ਰ ਹੋਵੇ। ਅਗਰ ਕੋਈ ਕੰਮ ਕਾਜ ਚੱਲ ਰਿਹਾ ਜੀ, ਚੀਫ ਜਸਟਿਸ ਦੀ ਨਿਯੁਕਤੀ ਕਰਨੀ ਆ ਤਾਂ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਉਹੀ ਦੇਖਦਾ ਕਿ ਇਹ ਬੰਦਾ ਜੋ ਚੀਫ ਜਸਟਿਸ ਮੈਂ ਲਾਉਣ ਲੱਗਿਆ ਇਹ ਆਪਣੇ ਫਰਜ਼ਾਂ ਪ੍ਰਤੀ ਜਾਂ ਕੰਮ ਕਰਨ ਪ੍ਰਤੀ ਸੰਵੇਦਨਸ਼ੀਲ ਹੈ ਜਾਂ ਨਹੀਂ। ਆਓ ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 27। ਜੇ ਕਿਸੇ ਸਮੇਂ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਘੱਟ ਮਹਿਸੂਸ ਕੀਤੀ ਜਾਵੇ ਤਾਂ ਚੀਫ ਜਸਟਿਸ ਦੇ ਨਾਲ ਸੰਬੰਧਿਤ ਹਾਈ ਕੋਰਟ ਦੀ ਸਲਾਹ ਨਾਲ ਹਾਈ ਕੋਰਟ ਦੇ ਵਿੱਚੋਂ ਜੱਜ ਵੀ ਲਿਆ ਜਾ ਸਕਦਾ। ਅਗਰ ਕਿਸੇ ਚੀਫ ਜਸਟਿਸ ਦੀ ਮੀਨਜ਼ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਘਟ ਜਾਂਦੀ ਆ ਜਾਂ ਮਹਿਸੂਸ ਕਰਦੇ ਨੇ ਕਿ ਇੱਥੇ ਜੱਜਾਂ ਦੀ ਗਿਣਤੀ ਘੱਟ ਹੈ ਤਾਂ ਉਹ ਚੀਫ ਜਸਟਿਸ ਦੇ ਸੰਬੰਧਿਤ ਹਾਈ ਕੋਰਟ ਨਾਲ ਸਲਾਹ ਕਰਦੇ ਨੇ ਕਿ ਤੁਹਾਨੂੰ ਕਿੰਨੇ ਹੋਰ ਜੱਜਾਂ ਦੀ ਲੋੜ ਆ ਜੋ ਸੁਪਰੀਮ ਕੋਰਟ ਲਈ ਅਸੀਂ ਨਿਯੁਕਤ ਕਰ ਸਕਦੇ ਹਾਂ। ਅੱਗੇ ਪੜ੍ਹਦੇ ਹਾਂ ਜੀ ਆਪਾਂ ਸੁਪਰੀਮ ਕੋਰਟ ਦੀਆਂ ਬੈਠਕਾਂ ਵਿੱਚ ਰਿਟਾਇਰ ਜੱਜਾਂ ਦੀ ਹਾਜ਼ਰੀ। ਉਪਰੋਕਤ ਸਭ ਕੁਝ ਦੇ ਹੁੰਦਿਆਂ ਭਾਰਤ ਦਾ ਚੀਫ ਜਸਟਿਸ ਕਿਸੇ ਵੀ ਸਮੇਂ ਰਾਸ਼ਟਰਪਤੀ ਦੀ ਪੂਰਵ ਸਹਿਮਤੀ ਨਾਲ ਕਿਸੇ ਵਿਅਕਤੀ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰ ਸਕਦਾ ਹੈ। ਅਗਰ ਉਪਰੋਕਤ ਸਭ ਵਿੱਚ ਹੁੰਦਿਆਂ ਭਾਰਤ ਦਾ ਜੋ ਚੀਫ ਜਸਟਿਸ ਹੁੰਦਾ ਉਹ ਕਿਸੇ ਸਮੇਂ ਵੀ ਰਾਸ਼ਟਰਪਤੀ ਦੀ ਪੂਰਵ ਸਹਿਮਤੀ ਨਾਲ ਕਿਸੇ ਵੀ ਕਿਸੇ ਵਿਅਕਤੀ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰ ਸਕਦਾ ਉਹਦੀ ਯੋਗਤਾ ਦੇ ਆਧਾਰ ਤੇ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 129। ਸੁਪਰੀਮ ਕੋਰਟ ਦੀ ਇੱਕ ਰਿਕਾਰਡ ਕੋਰਟ ਹੋਵੇਗੀ। ਮੀਨਜ਼ ਜੋ ਉਹਦੇ ਵਿੱਚ ਜੋ ਡਾਟਾ ਅਸੀਂ ਕਵਰ ਕਰਦੇ ਹਾਂ ਜਾਂ ਸਾਡੇ ਕੇਸਾਂ ਦਾ ਜੋ ਵੀ ਬਾਇਓ ਡਾਟਾ ਉਹ ਸੁਪਰੀਮ ਕੋਰਟ ਦਾ ਇੱਕ ਰਿਕਾਰਡ ਕੋਰਟ ਹੋਵੇਗੀ। ਉਸ ਵਿੱਚ ਦੰਡ ਦੇਣ ਦੀ ਸ਼ਕਤੀ ਸ਼ਾਇਦ ਅਜਿਹੀਆਂ ਨਿਆਂਪਾਲਿਕਾਂ ਦੀਆਂ ਸਭ ਸ਼ਕਤੀਆਂ ਪ੍ਰਾਪਤ ਹੋਣਗੀਆਂ। ਮੀਨਜ਼ ਉਹਦੇ ਵਿੱਚ ਇੱਕ ਰਿਕਾਰਡ ਕੋਰਟ ਬਣੇਗੀ ਜਿਸ ਵਿੱਚ ਦੰਡ ਦੇਣ ਦੀਆਂ ਜਾਂ ਸਜ਼ਾ ਦੇਣ ਦੀਆਂ ਜਿੰਨੀਆਂ ਵੀ ਸ਼ਕਤੀਆਂ ਹੁੰਦੀਆਂ ਨੇ ਜਾਂ ਨਿਆਂਪਾਲਿਕਾਂ ਦੇ ਜਿੰਨੇ ਵੀ ਅਧਿਕਾਰ ਹੁੰਦੇ ਨੇ ਤਾਂ ਉਹਦੀ ਵਰਤੋਂ ਕਿਸ ਤਰੀਕੇ ਨਾਲ ਹੀ ਕੀਤੀ ਜਾਂਦੀ ਆ ਉਹ ਜੀ ਰਿਕਾਰਡ ਕੋਰਟ ਸੁਪਰੀਮ ਕੋਰਟ ਦੇ ਵਿੱਚ ਜੋ ਰਿਕਾਰਡ ਕੋਰਟ ਹੁੰਦੀ ਆ ਉਹਦੇ ਵਿੱਚ ਸ਼ਾਮਲ ਹੁੰਦਾ ਵਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 130। ਸੁਪਰੀਮ ਕੋਰਟ ਦਾ ਸਥਾਨ ਸੁਪਰੀਮ ਕੋਰਟ ਦਿੱਲੀ ਵਿੱਚ
ਜਾਂ ਕਿਸੇ ਹੋਰ ਸਥਾਨ ਤੇ ਕਾਰਜ ਕਰ ਸਕਦੀ ਹੈ, ਜੋ ਭਾਰਤ ਦਾ ਚੀਫ ਜਸਟਿਸ ਰਾਸ਼ਟਰਪਤੀ ਦੀ ਸਲਾਹ ਨਾਲ ਸਮੇਂ-ਸਮੇਂ ਤੈਅ ਕਰਦਾ ਹੈ। ਜੋ ਸਾਡੀ ਸੁਪਰੀਮ ਕੋਰਟ ਆ ਜੀ ਉਹ ਦਿੱਲੀ ਵਿੱਚ ਆ ਜਾਂ ਕਿਸੇ ਹੋਰ ਥਾਂ ਤੇ ਹੁੰਦੀ ਆ ਤਾਂ ਉਹ ਆਪਣਾ ਕਾਰਜ ਦਿੱਲੀ ਦੀ ਸੁਪਰੀਮ ਕੋਰਟ ਰਾਹੀਂ ਕਰਦੀ ਆ। ਜੇ ਭਾਰਤ ਦਾ ਚੀਫ ਜਸਟਿਸ ਹੁੰਦਾ ਜੀ, ਉਹ ਰਾਸ਼ਟਰਪਤੀ ਦੇ ਨਾਲ ਸਮੇਂ-ਸਮੇਂ ਸਲਾਹ ਕਰਦਾ ਰਹਿੰਦਾ ਜੀ ਕਿ ਮੈਂ ਕਿਸ ਤਰ੍ਹਾਂ ਇਹਨਾਂ ਵਿੱਚ ਫੇਰ ਬਦਲ ਕਰ ਸਕਦਾ ਵਾਂ ਜਾਂ ਨਹੀਂ। ਅੱਗੇ ਪੜ੍ਹਦੇ ਹਾਂ ਆਰਟੀਕਲ ਨੰਬਰ 131 ਸੁਪਰੀਮ ਕੋਰਟ ਦੀ ਆਰੰਭਕ ਅਧਿਕਾਰਤਾ। ਇਸ ਸੰਵਿਧਾਨ ਦੀਆਂ ਸ਼ਕਤੀਆਂ ਦੇ ਅਧੀਨ ਰਹਿੰਦੇ ਹੋਏ ਭਾਰਤ ਸਰਕਾਰ ਅਤੇ ਇੱਕ ਜਾਂ ਅਧਿਕ ਰਾਜਾਂ ਵਿੱਚੋਂ ਜਾਂ ਇੱਕ ਪਾਸੇ ਭਾਰਤ ਸਰਕਾਰ ਤੇ ਕਿਸੇ ਰਾਜ ਜਾਂ ਰਾਜਾਂ ਦੇ ਦੂਜੇ ਪਾਸੇ ਇੱਕ ਜਾਂ ਹੋਰ ਅਧਿਕ ਰਾਜਾਂ ਵਿੱਚੋਂ ਜਾਂ ਦੋ ਜਾਂ ਅਧਿਕ ਰਾਜਾਂ ਵਿੱਚ ਕਿਸੇ ਵਿਵਾਦ ਵਿੱਚ ਅਗਵਾਈ ਦੇਣ ਸੁਪਰੀਮ ਕੋਰਟ ਦੀ ਆਰੰਭਕ ਅਧਿਕਾਰਤ ਹੋਵੇਗੀ। ਅਗਰ ਸੰਵਿਧਾਨ ਦੀਆਂ ਸਤਰਾਂ ਦੇ ਅਧੀਨ ਰਹਿੰਦੇ ਹੋਏ ਭਾਰਤ ਸਰਕਾਰ ਕਿਸੇ ਰਾਜ ਵਿੱਚ ਵੀ ਕਿਸੇ ਸੰਘ ਵਿੱਚ ਮੀਨਜ਼ ਭਾਰਤ ਦਾ ਜੋ ਸੰਘ ਆ ਰਾਜ ਵਿੱਚ ਜਾਂ ਪ੍ਰਾਂਤ ਵਿੱਚ ਆਪਣੇ ਅਧਿਕਾਰਾਂ ਨੂੰ ਵਰਤ ਸਕਦੀ ਆ, ਵਿਵਾਦਾਂ ਵਿੱਚ ਮੀਨਜ਼ ਇੱਕ ਵਿਚੋਲੇ ਦਾ ਕੰਮ ਕਰ ਸਕਦੀ ਆ, ਉਹਨਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨ ਦਾ ਕੰਮ ਕਰ ਸਕਦੀ ਆ। ਇਹਨਾਂ ਦੀ ਵੀ ਪੂਰੀ ਅਧਿਕਾਰ ਸੁਪਰੀਮ ਕੋਰਟ ਕੋਲ ਜੀ ਹੁੰਦੇ ਨੇ। ਅੱਗੇ ਪੜ੍ਹਦੇ ਹਾਂ ਆਪਾਂ ਆਰਟੀਕਲ ਨੰਬਰ 132 ਕੁਝ ਮਾਮਲਿਆਂ ਵਿੱਚ ਹਾਈ ਕੋਰਟ ਦੀਆਂ ਅਪੀਲਾਂ ਵਿੱਚ ਸੁਪਰੀਮ ਕੋਰਟ ਕੋਲ ਅਪੀਲ ਕਰਨ ਦਾ ਅਧਿਕਾਰ ਹੈ। ਅਗਰ ਕੁਝ ਮਾਮਲੇ ਵਿੱਚ ਅਸੀਂ ਸਹਿਮਤੀ ਨਹੀਂ ਪ੍ਰਗਟ ਕਰਦੇ ਸਕਦੇ ਜਾਂ ਸਾਨੂੰ ਲੱਗਦਾ ਹੈ ਕਿ ਇਸ ਵਿੱਚ ਸਾਡੇ ਨਾਲ ਧੱਕਾ ਹੋਇਆ ਤਾਂ ਅਸੀਂ ਹਾਈ ਕੋਰਟ ਤੋਂ ਉੱਪਰ ਅਪੀਲ ਸੁਪਰੀਮ ਕੋਰਟ ਵਿੱਚ ਲਿਜਾ ਸਕਦੇ ਹਾਂ। ਇਸ ਦਾ ਅਧਿਕਾਰ ਵੀ ਸਾਨੂੰ 132 ਨੰਬਰ ਆਰਟੀਕਲ ਵਿੱਚ ਮਿਲਦਾ ਹੈ, ਜੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਤੁਹਾਡੇ ਲੋਕਾਂ ਲਈ ਬਣਾਇਆ ਹੈ। ਆਰਟੀਕਲ ਨੰਬਰ 133 ਕਹਿੰਦਾ ਜੀ ਹਾਈ ਕੋਰਟ ਤੋਂ ਸਿਵਲ ਵਿਸ਼ਿਆਂ ਨਾਲ ਸੰਬੰਧਿਤ ਅਪੀਲਾਂ ਵਿੱਚ ਸੁਪਰੀਮ ਕੋਰਟ ਅੰਤਮ ਨਿਰਣੇ ਦੀ ਅਪੀਲ ਕਰੇ ਸੀ। ਅਗਰ ਜਿਵੇਂ ਤੁਹਾਨੂੰ ਲੱਗਿਆ ਕਿ ਸਾਡੇ ਨਾਲ ਇੱਥੇ ਫੈਸਲਾ ਸਹੀ ਨਹੀਂ ਹੋਇਆ ਤਾਂ ਹਾਈ ਕੋਰਟ ਤੋਂ ਕੇਸ ਅਸੀਂ ਸੁਪਰੀਮ ਕੋਰਟ ਲਿਜਾਂਦੇ ਹਾਂ ਤਾਂ ਸੁਪਰੀਮ ਕੋਰਟ ਤੇ ਆਪਣਾ ਅੰਤਮ ਫੈਸਲਾ ਦਿੰਦਾ ਵਾ, ਉਹ ਫੈਸਲਾ ਸਾਨੂੰ ਸਵੀਕਾਰ ਕਰਨਾ ਪੈਂਦਾ। 134 ਨੰਬਰ ਆਰਟੀਕਲ ਕਹਿੰਦਾ ਜੀ ਦੰਡ ਵਿਸ਼ਿਆਂ ਬਾਰੇ ਅਪੀਲ ਸੁਪਰੀਮ ਕੋਰਟ ਵਿੱਚ ਹੋ ਸਕਦੀ ਆ ਜੇਕਰ ਉਸਨੇ ਹਾਈ ਕੋਰਟ ਅਪੀਲ ਵਿੱਚ ਕਿਸੇ ਦੋਸ਼ੀ ਵਿਅਕਤੀ ਦੀ ਦੋਸ਼ ਮੁਕਤੀ ਦੇ ਹੁਕਮਾਂ ਨੂੰ ਉਲਟਾ ਦਿੱਤਾ ਹੋਵੇ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਹੋਵੇ। ਅਗਰ ਕਿਸੇ ਵਿਅਕਤੀ ਨੂੰ ਹਾਈ ਕੋਰਟ ਨੇ ਸਜ਼ਾ ਦਿੱਤੀ ਹੋਵੇ ਤਾਂ ਉਹ ਦੋਸ਼ੀ ਦੀ ਅਪੀਲ ਤੇ ਉਸ ਵਿਅਕਤੀ ਨੂੰ ਦੋਸ਼ ਮੁਕਤੀ ਨੂੰ ਉਲਟਾਉਣਾ ਹੋਵੇ ਜਾਂ ਮੌਤ ਦੀ ਸਜ਼ਾ ਕੈਂਸਲ ਕਰਾਉਣੀ ਹੋਵੇ ਤਾਂ ਸੁਪਰੀਮ ਕੋਰਟ ਵਿੱਚ ਉਹ ਅਪੀਲ ਕਰਦਾ ਤੇ ਉੱਥੇ ਫਿਰ ਉਹ ਅੰਤਮ ਫੈਸਲਾ ਤੈਅ ਹੁੰਦਾ ਜੀ ਕਿ ਉਸ ਨਾਲ ਕਿੱਦਾਂ ਦਾ ਵਿਹਾਰ ਹੋਣਾ ਚਾਹੀਦਾ ਹੈ। ਆਰਟੀਕਲ 135 ਜੀ ਮੌਜੂਦਾ ਕਾਨੂੰਨ ਅਧੀਨ ਫੈਡਰਲ ਅਦਾਲਤ ਦੀ ਅਧਿਕਾਰਤਾ ਅਤੇ ਸ਼ਕਤੀਆਂ ਦਾ ਸੁਪਰੀਮ ਕੋਰਟ ਦੁਆਰਾ ਇਸਤੇਮਾਲ ਕੀਤਾ ਜਾਣਾ। ਮੌਜੂਦਾ ਕਾਨੂੰਨ ਦੇ ਅਧੀਨ ਜੀ ਫੈਡਰਲ ਅਦਾਲਤ ਦੀਆਂ ਅਧਿਕਾਰਤਾ ਤੇ ਸ਼ਕਤੀਆਂ ਦਾ ਸੁਪਰੀਮ ਕੋਰਟ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ ਜੀ। ਬਾਕੀ ਆਪਾਂ ਅੱਜ ਆਰਟੀਕਲ 135 ਨੰਬਰ ਤੱਕ ਪੜ੍ਹ ਲਿਆ ਜੀ। ਕੱਲ ਨੂੰ ਅਸੀਂ ਪੜਾਂਗੇ ਅਪੀਲ ਲਈ ਸੁਪਰੀਮ ਕੋਰਟ ਦੀ ਵਿਸ਼ੇਸ਼ ਇਜਾਜ਼ਤ ਕੀ ਹੈ, ਉਹ ਆਰਟੀਕਲ 136 ਨੰਬਰ ਆ ਜੀ। ਮੈਂ ਵਾਰ-ਵਾਰ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਰਹਿਣਾ, ਇੱਕੋ ਹੀ ਅਰਦਾਸ ਕਰਦਾ ਰਹਿਣਾ ਕਿ ਆਪਣੇ ਬੱਚਿਆਂ ਪ੍ਰਤੀ, ਆਪਣੇ ਸੰਵਿਧਾਨ ਪ੍ਰਤੀ, ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਸੁਚੇਤ ਰਹੋ। ਤੁਹਾਡੇ ਅਧਿਕਾਰਾਂ ਨੂੰ ਤੁਹਾਡੇ ਕੋਲੋਂ ਖੋਇਆ ਜਾ ਰਿਹਾ। ਨਿਤ ਦਿਨ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ ਜੋ ਇਸ ਭਾਰਤ ਦੇ ਸੰਵਿਧਾਨ ਦੇ ਖਿਲਾਫ ਨੇ। ਜੋ ਤੁਹਾਡੇ ਅਧਿਕਾਰ ਇਸ ਸੰਵਿਧਾਨ ਦੇ ਵਿੱਚ ਲਿਖੇ ਨੇ ਉਹ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ, ਇਸ ਲਈ ਸਰਕਾਰਾਂ ਤੁਹਾਡੇ ਤੇ ਆਪਣੇ ਦੁਆਰਾ ਤੈਅ ਕੀਤੇ ਕਾਨੂੰਨ ਥੋਪ ਰਹੀਆਂ ਨੇ। ਪਿਆਰੇ ਵੀਰੋ, ਕੋਸ਼ਿਸ਼ ਕਰਦਾ ਰਹਿਣਾ ਤੁਹਾਨੂੰ ਹਰ ਵੀਡੀਓ ਵਿੱਚ ਇੱਕ ਸੰਦੇਸ਼ ਦੇ ਸਕਾਂ ਤੇ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਕਰ ਸਕਾਂ ਕਿ ਤੁਹਾਡੇ ਆਪਣੇ ਅਧਿਕਾਰ ਕੀ ਨੇ। ਮੈਂ ਇੱਕ ਨਵਾਣਾ ਜਿਹਾ ਦਾਸ ਹਾਂ ਜੀ, ਨਾ ਸਮਝ ਇਨਸਾਨ ਆ, ਪਰ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸੰਤੁਸ਼ਟੀ ਦਿੱਤੀ ਜਾਵੇ, ਤੁਹਾਨੂੰ ਤੁਹਾਡੇ ਅਧਿਕਾਰਾਂ ਪ੍ਰਤੀ ਸੁਚੇਤ ਕੀਤਾ ਜਾਵੇ। ਅੱਜ ਤੁਸੀਂ ਦੇਖ ਰਹੇ ਹੋ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ, ਸਾਡੇ ਬੱਚੇ ਸੇਫ ਨਹੀਂ, ਕਤਲ ਹੋ ਰਹੇ ਨੇ, ਕਿਧਰੇ ਸਾਡੀਆਂ ਧੀਆਂ ਭੈਣਾਂ ਬੇਆਬਰੂ ਹੋ ਰਹੀਆਂ ਨੇ। ਅਗਰ ਸਾਡੀ ਧੀ ਘਰੋਂ ਬਾਹਰ ਜਾਂਦੀ ਆ ਤਾਂ ਸਾਨੂੰ ਮਗਰ ਪੈਰਵਾਈ ਕਰਨੀ ਪੈਂਦੀ ਆ ਕਿ ਸਾਡੀ ਧੀ ਨਾਲ, ਸਾਡੀ ਭੈਣ ਨਾਲ ਕਿਤੇ ਕੋਈ ਅਣਚਾਹੀ ਘਟਨਾ ਨਾ ਵਾਪਰ ਜਾਵੇ।
ਇਹ ਕਿਉਂ ਹੋ ਰਿਹਾ? ਕਿਉਂਕਿ ਸਾਡੇ ਵਿੱਚ ਕਾਨੂੰਨ ਹੀ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਅਸੀਂ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ। ਪਿਆਰੇ ਵੀਰੋ, ਆਪਣੇ ਬੱਚਿਆਂ ਪ੍ਰਤੀ, ਆਪਣੇ ਸੰਵਿਧਾਨ ਪ੍ਰਤੀ ਜਾਗਰੂਕ ਹੋਵੋ। ਤੁਹਾਡੇ ਜੋ ਮੁੱਢਲੇ ਅਧਿਕਾਰ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਤੁਹਾਨੂੰ ਲੈ ਕੇ ਦਿੱਤੇ ਨੇ, ਉਹ ਇਸ ਭਾਰਤ ਦੇ ਸੰਵਿਧਾਨ ਵਿੱਚ ਦਰਜ ਨੇ। ਸੋ ਆਪਣੇ ਆਪ ਨੂੰ ਹੋਰ ਨਰਕ ਭਰੀ ਜ਼ਿੰਦਗੀ ਦੇਣ ਦੀ ਬਜਾਏ, ਆਪਣੇ ਬੱਚਿਆਂ ਦੇ ਹਾਲਾਤਾਂ ਨੂੰ ਵਿਗੜਨ ਦੀ ਬਜਾਏ, ਆਪਣੇ ਆਪ ਨੂੰ ਅਗਰ ਤੁਸੀਂ ਸੇਫ ਕਰਨਾ ਚਾਹੁੰਦੇ ਹੋ ਜਾਂ ਆਪਣੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਭਾਰਤ ਦੇ ਸੰਵਿਧਾਨ ਨੂੰ ਜ਼ਰੂਰ ਪੜ੍ਹੋ। ਇਸ ਵਿੱਚ ਤੁਹਾਡੇ ਕੀ ਅਧਿਕਾਰ ਨੇ ਉਹਨਾਂ ਨੂੰ ਜ਼ਰੂਰ ਪੜ੍ਹੋ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਲੋਕਾਂ ਨੂੰ ਹੀ ਸਮਰਪਿਤ ਆ। ਮੈਂ ਬਾਰ-ਬਾਰ ਕਹਿਣਾ, ਇੱਕੋ ਹੀ ਬੇਨਤੀ ਕਰਦਾ, ਇਹ ਭਾਰਤ ਦਾ ਸੰਵਿਧਾਨ ਕਿਸੇ ਧਰਮ, ਕਿਸੇ ਜਾਤ, ਕਿਸੇ ਮਜ਼ਹਬ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਲੋਕਾਂ ਨੂੰ ਸਮਰਪਿਤ ਆ, ਤੁਹਾਡੇ ਬੱਚਿਆਂ ਨੂੰ ਸਮਰਪਿਤ ਹੈ, ਤੁਹਾਡੇ ਮੌਲਿਕ ਅਧਿਕਾਰਾਂ ਨੂੰ ਸਮਰਪਿਤ ਆ। ਅਗਰ ਇਹ ਭਾਰਤ ਦਾ ਸੰਵਿਧਾਨ ਸਾਡੇ ਘਰਾਂ ਵਿੱਚ ਹੁੰਦਾ ਤਾਂ ਅੱਜ ਅਸੀਂ ਇਹ ਦਿਨ ਨਾ ਦੇਖਦੇ ਜੋ ਅੱਜ ਸਾਡੀ ਦਸ਼ਾ ਬਹੁਤ ਮਾੜੀ ਹੋਈ ਪਈ ਹੈ। ਪਿਆਰੇ ਵੀਰੋ, ਕੋਸ਼ਿਸ਼ ਕਰੋ ਇਸ ਸੰਵਿਧਾਨ ਨੂੰ ਆਪਣੇ ਘਰਾਂ ਵਿੱਚ ਸ਼ਾਮਲ ਕਰੋ, ਆਪਣੇ ਬੱਚਿਆਂ ਦੇ ਸਕੂਲ ਬੈਗਾਂ ਵਿੱਚ ਸ਼ਾਮਲ ਕਰੋ। ਕਮ ਸੇ ਕਮ ਜਿੱਥੇ ਕਰੋੜਾਂ ਰੁਪਈਆ ਦੇ ਕੇ, ਲੱਖਾਂ ਰੁਪਈਆ ਖਰਚ ਕੇ ਤੁਸੀਂ ਆਪਣੇ ਬੱਚੇ ਪੜ੍ਹਾ ਰਹੇ ਹੋ, ਉਸ ਸਕੂਲ ਦੇ ਪ੍ਰਿੰਸੀਪਲ ਇੰਚਾਰਜਾਂ ਨੂੰ ਜਾ ਕੇ ਪੁੱਛੋ ਕਿ ਇਸ ਭਾਰਤ ਦਾ ਸੰਵਿਧਾਨ ਤੁਹਾਡੇ ਸਕੂਲ ਵਿੱਚ ਪੜ੍ਹਾਇਆ ਜਾਂਦਾ? ਤੁਸੀਂ ਕਿਉਂ ਨਹੀਂ ਇਸ ਭਾਰਤ ਦੇ ਸੰਵਿਧਾਨ ਨੂੰ ਆਪਣੇ ਬੱਚਿਆਂ ਦੀ ਮੁੱਢਲੀ ਪੜ੍ਹਾਈ ਵਿੱਚ ਸ਼ਾਮਲ ਕਰਦੇ? ਕਿਉਂਕਿ ਅਗਰ ਇਹ ਸੰਵਿਧਾਨ ਤੁਹਾਡੇ ਬੱਚਿਆਂ ਦੀ ਮੁੱਢਲੀ ਜ਼ਿੰਦਗੀ ਵਿੱਚ ਆ ਗਿਆ ਤਾਂ ਤੁਹਾਡੇ ਲਈ ਇਹ ਦੇਸ਼ ਸਵਰਗ ਬਣ ਜਾਵੇਗਾ ਤੇ ਤੁਹਾਡੇ ਬੱਚਿਆਂ ਦੇ ਖਵਾਬ ਵੀ ਪੂਰੇ ਹੋਣਗੇ। ਅਸੀਂ ਖੁਦ ਇਸ ਸੰਵਿਧਾਨ ਨੂੰ ਸਾਡੀ ਜ਼ਿੰਦਗੀ ਚੋਂ ਦੂਰ ਕੀਤਾ ਕਿਉਂਕਿ ਸਾਡੇ ਕੋਲ ਹੋਰ ਕੰਮਾਂ ਤੋਂ ਵਿਹਲ ਨਹੀਂ। ਮਨੋਰੰਜਨ ਦੇ ਸਾਡੇ ਕੋਲ ਬਹੁਤ ਸਾਧਨ ਨਹੀਂ, ਨੱਚਣ ਟੱਪਣ ਦੇ ਸਾਡੇ ਕੋਲ ਬੜੇ ਸਾਧਨ ਨੇ, ਸਿਨੇਮਾ ਘਰਾਂ ਵਿੱਚ ਜਾ ਕੇ ਸਾਡੇ ਕੋਲ ਫਿਲਮਾਂ ਦੇਖਣ ਦੇ ਬੜੇ ਸਾਧਨ ਨੇ, ਪਰ ਇਸ ਸੰਵਿਧਾਨ ਨੂੰ ਪੜ੍ਹਨ ਦਾ ਸਾਡੇ ਕੋਲ ਕੋਈ ਸਾਧਨ ਨਹੀਂ। ਸੋ ਅਗਰ ਮੈਂ ਤੁਹਾਨੂੰ ਇੱਕ ਸੰਤੁਸ਼ਟੀ ਦੇ ਸਕਾਂ ਜਾਂ ਮੇਰੀ ਵੀਡੀਓ ਰਾਹੀਂ ਤੁਹਾਨੂੰ ਸੰਵਿਧਾਨ ਬਾਰੇ ਜਾਗਰੂਕ ਕਰ ਸਕਾਂ ਤਾਂ ਪਿਆਰੇ ਵੀਰੋ, ਮੇਰੇ ਲਈ ਇਸ ਤੋਂ ਵੱਡੀ ਖੁਸ਼ਕਿਸਮਤੀ ਕੋਈ ਨਹੀਂ ਹੋਵੇਗੀ। ਬਾਰ-ਬਾਰ ਇੱਕੋ ਹੀ ਅਰਦਾਸ ਹੈ ਕਿ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹੋ, ਆਪਣੇ ਬੱਚਿਆਂ ਨੂੰ ਮੌਤ ਭਰੀ ਨਰਕ ਦੀ ਜ਼ਿੰਦਗੀ ਨਾ ਦਿਓ। ਅਗਰ ਤੁਹਾਡੇ ਬੱਚਿਆਂ ਵਿੱਚ ਵੀ ਭੀਮ ਰਾਓ ਅੰਬੇਦਕਰ ਜੀ ਦੀ, ਤੁਸੀਂ ਭੀਮ ਰਾਓ ਅੰਬੇਦਕਰ ਜੀ ਨੂੰ ਦੇਖਣਾ ਚਾਹੁੰਦੇ ਹੋ, ਝਲਕ ਦੇਖਣਾ ਚਾਹੁੰਦੇ ਹੋ, ਜੇ ਝਲਕ ਪਾਉਣਾ ਚਾਹੁੰਦੇ ਹੋ ਤਾਂ ਇਸ ਸੰਵਿਧਾਨ ਦਾ ਤੁਹਾਡੇ ਘਰਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ। 5-5 ਸਾਲ ਜੁੱਤੀਆਂ ਖਾਂਦੇ ਹੋ ਸਰਕਾਰਾਂ ਤੇ ਆਪਣੇ ਅਧਿਕਾਰ ਨਹੀਂ ਮਿਲਦੇ ਤੁਹਾਨੂੰ ਕਿਉਂਕਿ ਤੁਸੀਂ ਇਸ ਸੰਵਿਧਾਨ ਤੋਂ ਬੜਾ ਪਿੱਛੇ ਹਟ ਗਏ ਹੋ। ਸੋ ਪਿਆਰੇ ਵੀਰੋ, ਇਸ ਸੰਵਿਧਾਨ ਨੂੰ ਪੜ੍ਹੋ, ਵਿਚਾਰੋ, ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੇ ਮੌਲਿਕ ਅਧਿਕਾਰ ਕੀ ਹਨ। ਸੋ ਦਾਸ ਦੀਆਂ ਇੰਨੀਆਂ ਬੇਨਤੀਆਂ ਕਬੂਲ ਕਰਿਓ। ਅਗਰ ਮੇਰੇ ਕੋਲੋਂ ਪੜ੍ਹਦੇ ਸਮੇਂ ਜਾਂ ਕੁਝ ਵਿਚਾਰਾਂ ਕਰਦੇ ਸਮੇਂ ਅਗਰ ਕਿਸੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਲੱਗੀ ਹੋਵੇ ਤਾਂ ਮੈਂ ਮਾਫੀ ਦਾ ਜਾਚਕਾਂ, ਮਾਫੀਨਾਮਾ ਕਬੂਲ ਕਰਿਓ। ਸੰਵਿਧਾਨ ਪੜ੍ਹਦੇ ਹੋਏ, ਕਿਸੇ ਗੱਲ ਦਾ ਅਨੁਵਾਦ ਕਰਦੇ ਹੋਏ ਜਾਂ ਕਿਸੇ ਦੇ ਅਰਥ ਸਮਝਾਉਂਦੇ ਹੋਏ, ਕਿਉਂਕਿ ਮੈਂ ਇਹ ਕਿਸੇ ਧਰਮ ਪ੍ਰਤੀ ਨਹੀਂ ਬੋਲ ਰਿਹਾ ਜਾਂ ਕਿਸੇ ਜਾਤ ਜਾਂ ਕਿਸੇ ਮਜ਼ਹਬ ਪ੍ਰਤੀ ਨਹੀਂ ਬੋਲ ਰਿਹਾ, ਇਹ ਮੈਂ ਤੁਹਾਡੇ ਮੌਲਿਕ ਅਧਿਕਾਰਾਂ ਪ੍ਰਤੀ ਬੋਲ ਰਿਹਾ। ਅਗਰ ਮੇਰੇ ਕੋਲੋਂ ਫਿਰ ਵੀ ਕੋਈ ਗਲਤੀ ਹੋ ਜਾਂਦੀ ਆ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰਿਓ। ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਰਦੇ ਰਹੋ ਤਾਂ ਕਿ ਮੈਨੂੰ ਹੌਸਲਾ ਅਫਜ਼ਾਈ ਮਿਲਦੀ ਰਹੇ। ਵੱਧ ਤੋਂ ਵੱਧ ਵੀਡੀਓ ਲੈ ਕੇ ਤੁਹਾਡੀ ਸਭਾ ਦੇ ਵਿੱਚ ਹਾਜ਼ਰ ਹੁੰਦਾ ਰਹਾਂ। ਪਿਆਰ ਭਰੀ ਫਤਿਹ ਕਬੂਲ ਕਰਿਓ। ਅਗਲੀ ਵੀਡੀਓ ਲੈ ਕੇ ਕੱਲ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।